ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम खुश आमदीद जी आया ਨੂੰ ਅੱਜ ਅਸੀਂ ਲੈ ਕੇ ਆ ਗਏ ਹਾਂ ਬਹੁਤ ਹੀ ਮਸ਼ਹੂਰ ਫੇਮਸ ਸਾਡੇ ਪੰਜਾਬ ਦੀ ਲਾਹੌਰ ਦੀ ਰੈਸਪੀ ਲਾਹੌਰੀ ਛੋਲੇ। ਇਹ ਵਾਲੇ ਛੋਲੇ ਕਾਲੀ ਮਿਰਚ ਨਾਲ ਤਿਆਰ ਕੀਤੇ ਜਾਂਦੇ ਨੇ ਤੇ ਫੁੱਲ ਗ੍ਰੇਵੀ ਨਾਲ ਲੋਡਡ ਹੁੰਦੇ ਨੇ ਤੇ ਇਹਨਾਂ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਛੋਲਿਆਂ ਦੀ ਰੈਸਪੀ ਵੀ ਬਿਲਕੁਲ ਬਾਜ਼ਾਰ ਵਾਲਾ ਟੇਸਟ ਆਵੇ ਤੇ ਇਸ ਵੀਡੀਓ ਨੂੰ ਫੁੱਲ ਵਾਚ ਕਰਿਓ ਔਰ ਇਹ ਦੇਖਿਓ ਕਿ ਇਹ ਮਸਾਲਿਆਂ ਦਾ ਤਨਾਸਬ ਕੀ ਹੈ ਤੇ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ ਤੇ ਵਾਕਈ ਤੁਹਾਡੇ ਛੋਲਿਆਂ 'ਚ ਵੀ ਉਹੀ ਟੇਸਟ ਆਏਗਾ, ਕਿਉਂਕਿ ਚੀਜ਼ਾਂ ਦਾ ਤਨਾਸਬ ਹੀ ਜ਼ਾਇਕੇ ਨੂੰ ਚੇਂਜ ਕਰਦਾ ਹੈ। ਜਿਸ ਤਰ੍ਹਾਂ ਚਿਕਨ ਕੜਾਈ ਵਿੱਚ ਤੁਸੀਂ ਜਿਹੜੇ ਮਸਾਲੇ ਪਾਉਂਦੇ ਹੋ ਉਹਦੇ ਵਿੱਚ ਮੇਨ ਜਿਹੜੀ ਚੀਜ਼ ਹੁੰਦੀ ਉਹ ਚਿਕਨ ਹੁੰਦਾ। ਇਸ ਤਰ੍ਹਾਂ ਅਗਰ ਵਾਈਟ ਚਿਕਨ ਕੜਾਈ ਬਣਾਉਣੀ ਆ ਤੇ ਉਹਦੇ ਟੇਸਟ ਵਿੱਚ ਮਸਾਲੇ ਹੀ ਉਹਦੇ ਟੇਸਟ ਨੂੰ ਜਿਹੜੇ ਆ ਮੁਖਤਲਿਫ ਕਰਦੇ ਆ। ਚਲੋ ਜੀ ਰੈਸਪੀ ਨੂੰ ਸ਼ੁਰੂ ਕਰ ਲੈਂਦੇ ਹਾਂ। ਇੱਕ ਪਿਆਲੀ ਅਸੀਂ ਲੈ ਲੈਣੇ ਸਫੈਦ ਵਾਲੇ ਚਨੇ, ਰਾਤ ਭਰ ਭਿਗੋ ਕੇ ਸਵੇਰੇ ਇਹਨੂੰ ਪ੍ਰੈਸ਼ਰ ਕੁੱਕਰ 'ਚ ਪਾ ਕੇ ਬੋਇਲ ਕਰ ਲਿਆ। ਜਿਹਦਾ ਇਹਦਾ ਪਾਣੀ ਬਚਿਆ ਉਹ ਵੀ ਮੈਂ ਰੱਖ ਲਿਆ। 2 ਗਲਾਸ ਇਹਦਾ ਪਾਣੀ ਬਚਿਆ, 1 ਗਲਾਸ ਆ ਤੁਹਾਡੇ ਸਾਹਮਣੇ ਪਿਆ। ਅੱਧੀ ਪਿਆਲੀ ਚਨਿਆਂ ਦੀ ਮੈਂ ਉਹਦੇ ਵਿੱਚੋਂ ਕੱਢ ਲਈ ਆ। ਇਹ ਅਸੀਂ ਇਹਦੀ ਗਰੇਵੀ ਬਣਾਉਣ ਲਈ, ਇਹਦੀ ਗਰੇਵੀ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ ਕਿ ਇਹ ਪਾਣੀ ਨੂੰ ਤੇ ਚਨਿਆਂ ਨੂੰ ਅਸੀਂ ਅੱਛੀ ਤਰ੍ਹਾਂ ਬਲੈਂਡ ਕਰ ਲੈਣਾ ਤੇ ਇਹਨੂੰ ਬਿਲਕੁਲ ਗ੍ਰਾਈਂਡ ਕਰਕੇ ਇਹਦਾ ਮਿਕਸਰ ਬਣਾ ਲੈਣਾ। ਫਿਰ ਇਹਦੀ ਅਸੀਂ ਗਰੇਵੀ ਵਿੱਚ ਪਾਵਾਂਗੇ। 1 ਕੱਪ ਯਾਨੀ ਕਿ ਇਹਦੇ ਵਿੱਚ ਤੁਸੀਂ ਇਸਤੇਮਾਲ ਕਰਨਾ ਹੈ ਘੀ। 1 ਕੱਪ ਜਿੰਨਾ ਘੀ ਲੈ ਕੇ ਇਹਨੂੰ ਇੱਕ ਕੜਾਹੀ 'ਚ ਪਾ ਲੈਣਾ। ਜਦੋਂ ਹਲਕਾ ਗਰਮ ਹੋਇਆ ਇਹਦੇ ਵਿੱਚ ਖੜੇ ਮਸਾਲੇ ਸ਼ਾਮਿਲ ਕਰ ਦੇਣੇ, ਜਿਹਦੇ ਵਿੱਚ ਦਾਲਚੀਨੀ, 2 ਬੜੀਆਂ ਇਲਾਇਚੀਆਂ, 8 ਤੋਂ 10 ਲੌਂਗ, 1 ਚਮਚ ਜ਼ੀਰੇ ਦਾ ਪਾ ਕੇ ਬਹੁਤ ਹਲਕੀ ਆਂਚ ਤੇ ਇਹਨੂੰ ਹਲਕਾ ਜਿਹਾ 2 ਮਿੰਟ ਲਈ ਅਸੀਂ ਇਹਨੂੰ ਫਰਾਈ ਕਰਾਂਗੇ। ਐਵੇਂ ਬਹੁਤ ਹਲਕੀ ਆਂਚ ਤੇ ਰੱਖਣਾ, ਤੇਜ਼ ਆਂਚ ਕਰਕੇ ਇਹਨਾਂ ਨੂੰ ਜਲਾਉਣਾ ਨਹੀਂ ਤੁਸੀਂ। ਜਦੋਂ ਇਹ ਹਲਕੇ ਜਿਹੇ ਕੜਕੜਾ ਜਾਣਗੇ ਫਿਰ ਅਸੀਂ ਇਹਨਾਂ ਵਿੱਚ ਪਾ ਦੇਣਾ। ਸਭ ਤੋਂ ਪਹਿਲੇ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਦਾ ਪੇਸਟ। ਲਸਣ ਅਦਰਕ ਦਾ ਪੇਸਟ 1 ਚਮਚ। ਔਰ ਲਸਣ ਅਦਰਕ ਦੇ ਪੇਸਟ ਨੂੰ ਵੀ ਅਸੀਂ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ, ਸਿਰਫ ਇਹਨੂੰ ਥੋੜ੍ਹਾ ਜਿਹਾ ਦੀ ਜਿਹੜੀ ਸਮੈਲ ਆ ਉਹ ਇਹਦੀ ਖ਼ਤਮ ਕਰਨੀ ਹੈ। ਇਸ ਤਰ੍ਹਾਂ ਇਹਨੂੰ ਹਿਲਾਉਂਦੇ ਜਾਣਾ ਤਾਂ ਕਿ ਇਹਦੇ ਜਿਹੜੇ ਹਲਕੀ ਜਿਹੀ ਲਸਣ ਅਦਰਕ ਦੀ ਕੱਚੀ ਦੀ ਸਮੈਲ ਆ ਉਹ ਖ਼ਤਮ ਹੋ ਜਾਵੇ। ਇਹਨਾਂ ਦਾ ਮਸਾਲਾ ਹੀ ਇਹਨਾਂ ਚਨਿਆਂ ਨੂੰ ਜ਼ਬਰਦਸਤ ਔਰ ਜ਼ਾਇਕੇਦਾਰ ਬਣਾਉਂਦਾ ਹੈ। 1 ਪਿਆਜ਼ ਜਿਹੜਾ ਮੈਂ ਗ੍ਰਾਈਂਡ ਕਰ ਲਿਆ, ਬਰੀਕ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲੈਣਾ। ਗ੍ਰਾਈਂਡ ਕਰਕੇ ਆਪਾਂ ਇਹਦੇ ਵਿੱਚ ਪਾ ਦੇਣਾ। ਔਰ ਇਹ ਜਿਹੜਾ ਪਿਆਜ਼ ਹੈ ਨਾ ਤੁਸੀਂ ਇਹਨੂੰ ਬਰਾਊਨ ਕਰਨਾ ਹੈ। ਵੈਸੇ ਵੀ ਗ੍ਰਾਈਂਡ ਹੋਇਆ ਪਿਆਜ਼ ਇੰਨਾ ਜ਼ਿਆਦਾ ਬਰਾਊਨ ਤਾਂ ਨਹੀਂ ਹੁੰਦਾ, ਲੇਕਿਨ ਤੁਸੀਂ ਇਹਨੂੰ ਫਿਰ ਵੀ ਅੱਛਾ ਖਾਸਾ ਜਿਹੜਾ ਇਹਦਾ ਕਲਰ ਥੋੜ੍ਹਾ ਜਿਹਾ ਚੇਂਜ ਕਰ ਲੈਣਾ ਤਾਂ ਕਿ ਇਹਦਾ ਜਿਹੜੇ ਕੱਚੇ ਦੀ ਸਮੈਲ ਆ ਉਹ ਵੀ ਖ਼ਤਮ ਹੋ ਜਾਵੇ ਤੇ ਇਹ ਗਰੇਵੀ ਦੇ ਵਿੱਚ ਸਮੂਥਨੈਸ ਆ ਜਾਵੇ। ਕਿਉਂਕਿ ਅਗਰ ਪਿਆਜ਼ ਕੱਚਾ ਹੋਗਾ ਤਾਂ ਉਹਦੀ ਗਰੇਵੀ ਜ਼ਬਰਦਸਤ ਨਹੀਂ ਬਣਦੀ। ਪਿਆਜ਼ ਅਗਰ ਬਰਾਊਨ ਹੋ ਕੇ ਪੱਕ ਜਾਏਗਾ ਉਹਦੀ ਹੀ ਗਰੇਵੀ ਜ਼ਬਰਦਸਤ ਹੀ ਬਣਦੀ ਆ। ਮਾਸ਼ਾਅੱਲਾ ਜੀ ਸਾਡਾ ਪਿਆਜ਼ ਦੇਖੋ ਬਿਲਕੁਲ ਬਰਾਊਨ ਹੋ ਗਿਆ, ਦਾ ਕਲਰ ਚੇਂਜ ਹੋ ਗਿਆ, ਜ਼ਬਰਦਸਤ ਜਿਹਾ ਹੋ ਗਿਆ। ਦੇਖੋ ਤੁਹਾਨੂੰ ਦੇਖਣ 'ਚ ਵੀ ਲੱਗ ਰਿਹਾ ਹੋਏਗਾ ਕਿ ਪਿਆਜ਼ ਕਿੰਨਾ ਜ਼ਬਰਦਸਤ ਸਾਡਾ ਬਰਾਊਨ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਜੀ ਸਬਜ਼ ਮਿਰਚਾਂ। ਸਬਜ਼ ਮਿਰਚਾਂ ਕੁੱਟੀਆਂ ਹੋਈਆਂ ਸਬਜ਼ ਮਿਰਚਾਂ ਨੇ, ਇਹ 2 ਚਮਚ ਖਾਣੇ ਵਾਲੇ ਨੇ। 8 ਤੋਂ 10 ਸਬਜ਼ ਮਿਰਚਾਂ ਨੇ। ਅਗਰ ਤੁਸੀਂ ਤੇਜ਼ ਪਸੰਦ ਕਰਦੇ ਹੋ ਤਾਂ ਤੁਸੀਂ ਹੋਰ ਵੀ ਸਬਜ਼ ਮਿਰਚਾਂ ਇਹਦੇ ਵਿੱਚ ਐਡ ਕਰ ਸਕਦੇ ਹੋ। ਇਹ ਜਿੰਨੇ ਵੀ ਮਸਾਲੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਇਹ ਇੰਨਾ ਬਹੁਤ ਜ਼ਿਆਦਾ ਸਪਾਈਸੀ ਹੋਣਗੇ ਤੇ ਨਾ ਹੀ ਬਿਲਕੁਲ ਫਿੱਕੇ ਹੋਣਗੇ। ਇਹ ਮੀਡੀਅਮ ਦੇ ਚਨੇ ਬਣਨਗੇ ਜੋ ਆਮ ਤੌਰ ਪਰ ਹੁੰਦੇ ਨੇ ਔਰ ਬਹੁਤ ਹੀ ਜ਼ਬਰਦਸਤ ਇਹਨਾਂ ਦਾ ਫਲੇਵਰ ਨਿਕਲ ਕੇ ਆਊਗਾ ਹਰੀਆਂ ਮਿਰਚਾਂ ਦੇ ਨਾਲ। ਇਸੇ ਤਰ੍ਹਾਂ ਹਰੀਆਂ ਮਿਰਚਾਂ ਨੂੰ ਵੀ ਆਪਾਂ 1 ਤੋਂ 2 ਮਿੰਟ ਲਈ ਫਰਾਈ ਕਰਨਾ। ਇਹਨਾਂ ਚੀਜ਼ਾਂ ਦਾ ਤਨਾਸਬ, ਇਹਨਾਂ ਚੀਜ਼ਾਂ ਦਾ ਇਸਤੇਮਾਲ ਹੀ ਇਹਨਾਂ ਨੂੰ ਲਾਹੌਰੀ ਛੋਲਿਆਂ ਨੂੰ ਮਜ਼ੇਦਾਰ ਬਣਾਉਂਦਾ ਹੈ। ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਲਾਹੌਰੀ ਛੋਲੇ ਤੁਹਾਡੇ ਮਜ਼ੇ ਦੇ ਬਣਨ ਤਾਂ ਇਹਦੇ ਵਿੱਚ ਘੀ ਹੀ ਇਸਤੇਮਾਲ ਕਰਨਾ ਹੈ, ਇਹਦੇ ਵਿੱਚ ਆਇਲ ਨਹੀਂ ਇਸਤੇਮਾਲ ਕਰਨਾ। ਅੱਧੀ ਪਿਆਲੀ ਦਹੀਂ ਜਿਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਆਪਾਂ। ਔਰ ਇਹਦੇ ਵਿੱਚ ਆਂਚ ਤੁਸੀਂ ਬਿਲਕੁਲ ਹਲਕੀ ਕਰ ਦੇਣੀ ਹੈ ਚੁੱਲ੍ਹੇ ਦੀ ਜਦੋਂ ਦਹੀਂ ਵਿੱਚ ਪਾਉਣਾ। ਦੇਖੋ ਬਿਲਕੁਲ ਹਲਕੀ ਆਂਚ 'ਤੇ ਦਹੀਂ ਇਹਦੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਹਿਲਾਉਣਾ ਤਾਂ ਕਿ ਦਹੀਂ ਦੀਆਂ ਫੁਟਕੀਆਂ ਨਾ ਬਣ ਜਾਣ, ਇਹ ਫਟ ਨਾ ਜਾਵੇ। ਇਹਨੂੰ ਹਲਕੇ ਹਲਕੇ ਇਸ ਤਰ੍ਹਾਂ ਹਿਲਾਉਂਦੇ ਜਾਣਾ ਤਾਂ ਕਿ ਜ਼ਬਰਦਸਤ ਜਿਹਾ ਮੈਸ਼ ਹੋ ਜਾਵੇ। ਔਰ ਉਦੋਂ ਤੱਕ ਇਹਨੂੰ ਪਕਾਉਣਾ ਜਦੋਂ ਤੱਕ ਦਹੀਂ ਔਰ ਆਇਲ ਸੈਪਰੇਟ ਨਾ ਹੋ ਜਾਵੇ, ਮਸਾਲਾ ਘੀ ਨਾ ਛੋੜ ਦੇਵੇ। ਹੁਣ ਅਸੀਂ ਇਹਦੇ ਵਿੱਚ ਪਾ ਲੈਂਦੇ ਹਾਂ 1 ਚਮਚ ਭਰ ਕੇ, 1 ਔਰ ਅੱਧਾ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਕੁੱਟਿਆ ਹੋਇਆ। ਔਰ ਫਿਰ ਇਹਨੂੰ ਪਾ ਕੇ ਫਿਰ ਇਹਨੂੰ ਮਿਕਸ ਕਰ ਦੇਣਾ ਆਪਾਂ। ਇਹਦੇ ਵਿੱਚ ਬਹੁਤ ਘੱਟ ਮਸਾਲੇ ਜਾਂਦੇ ਨੇ, ਬਹੁਤ ਘੱਟ ਮਸਾਲੇ ਜਾਂਦੇ ਨੇ, ਲੇਕਿਨ ਟੇਸਟ ਬਹੁਤ ਜ਼ਬਰਦਸਤ ਟੇਸਟ ਆ। ਹੁਣ ਇਹਨੂੰ ਥੋੜ੍ਹਾ ਜਿਹਾ ਦੇਰ ਕਵਰ ਲਾ ਕੇ ਰੱਖਣਾ ਆਪਾਂ ਤਾਂ ਕਿ ਦਹੀਂ ਜਿਹੜਾ ਉਹ ਖੁਸ਼ਕ ਹੋ ਜਾਵੇ, ਮਸਾਲਾ ਜਿਹੜਾ ਸਾਡਾ ਘੀ ਛੱਡ ਦੇਵੇ। ਦੇਖੋ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਮਸਾਲੇ ਨੇ ਘੀ ਛੱਡ ਦਿੱਤਾ, ਦਹੀਂ ਦਾ ਪਾਣੀ ਖੁਸ਼ਕ ਹੋ ਗਿਆ, ਜ਼ਬਰਦਸਤ ਜੀ ਇਹਦੀ ਗਰੇਵੀ ਜੀ ਬਣ ਗਿਆ। ਦੇਖੋ ਤੁਸੀਂ ਹੁਣ ਆਪਾਂ ਲਾਸਟ ਇਹਦੇ ਵਿੱਚ ਸ਼ਾਮਿਲ ਕਰਾਂਗੇ ਨਮਕ ਹਸਬ ਜ਼ਾਇਕਾ। ਤੁਸੀਂ ਇਹਦੇ ਵਿੱਚ ਨਮਕ ਸ਼ਾਮਿਲ ਕਰ ਲਓ। ਮੈਂ 1.5 ਟੀਸਪੂਨ ਇਹਦੇ ਵਿੱਚ ਸ਼ਾਮਿਲ ਕੀਤਾ ਹੈ। ਔਰ ਇਹਨੂੰ ਮਿਕਸ ਕਰੋ ਕਿਉਂਕਿ ਜਦੋਂ ਚਨੇ ਉਬਾਲੇ ਥੋੜ੍ਹਾ ਜਿਹਾ ਨਮਕ ਮੈਂ ਚਨੇ ਉਬਾਲਦੇ ਵਕਤ ਵੀ ਇਸ ਦੇ ਅੰਦਰ ਪਾਇਆ ਸੀਗਾ।
ਔਰ ਹੁਣ ਚਨੇ ਆਪਾਂ ਇਹਦੇ ਵਿੱਚ ਪਾ ਦੇਣੇ। ਚਨੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ। ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਚਮਚ ਹਿਲਾ ਕੇ, ਤਾਂ ਕਿ ਚਾਰੋਂ ਤਰਫੋਂ ਜਿਹੜੇ ਚਨੇ ਆ ਸਾਡੇ ਮਸਾਲੇ ਦੇ ਨਾਲ ਮਿਕਸ ਹੋ ਜਾਣ ਮਸਾਲੇ ਦੇ ਵਿੱਚ। ਔਰ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਦੇਖੋ ਮਾਸ਼ਾਅੱਲਾ ਹਲਕੇ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਬਚਿਆ ਸੀਗਾ, 1 ਪਿਆਲੀ ਜਿੰਨਾ ਪਾਣੀ ਚਨਿਆਂ ਦੀ ਜਿਹੜੀ ਯਖਨੀ ਸੀ ਉਹ ਬਚੀ ਸੀ, ਉਹ ਇਹਦੇ ਵਿੱਚ ਪਾ ਦੇਣੇ ਤਾਂ ਕਿ ਮਸਾਲੇ ਔਰ ਚਨਿਆਂ ਦਾ ਜਿਹੜਾ ਫਲੇਵਰ ਆ ਨਾ ਉਹ ਮਿਕਸ ਹੋ ਜਾਵੇ, ਪੱਕ ਜਾਣ ਚਨੇ ਆਪਣੇ ਇਸ ਪਾਣੀ ਦੇ ਅੰਦਰ, ਤਾਂ ਇਹਨਾਂ ਸਾਰੇ ਚੀਜ਼ਾਂ ਦਾ ਫਲੇਵਰ ਮਿਕਸ ਹੋ ਜਾਵੇ ਆਪਸ 'ਚ। ਹੁਣ ਇਹਦੇ ਨਾਲ ਹੀ ਮੈਂ ਜਿਹੜਾ ਮਿਕਸਰ ਬਣਾ ਕੇ ਰੱਖਿਆ ਸੀ ਗ੍ਰਾਈਂਡ ਕਰਕੇ ਚਨੇ, ਅਤੇ ਉਹ ਤਕਰੀਬਨ 1 ਗਿਲਾਸ ਜਿੰਨਾ ਹੋਇਆ ਉਹ ਮੈਂ ਇਹਦੇ ਵਿੱਚ ਸ਼ਾਮਿਲ ਕਰ ਦੇਣਾ। ਇਹ ਇਹਦੀ ਗ੍ਰੇਵੀ ਨੂੰ ਬੜਾ ਹੀ ਮਜ਼ੇ ਦਾ ਇੱਕ ਟੱਚ ਦਊਗਾ, ਔਰ ਨਾ ਸਿਰਫ ਟੱਚ ਦਊਗਾ ਬਲਕਿ ਇਹਦੀ ਗ੍ਰੇਵੀ ਬਹੁਤ ਹੀ ਸਮੂਥ ਬਣੇਗੀ, ਬਹੁਤ ਜ਼ਬਰਦਸਤ ਟੇਸਟ ਵੀ ਨਿਕਲ ਕੇ ਆਊਗਾ। ਹਲਕਾ ਜਿਹਾ ਪਾਣੀ ਪਾ ਕੇ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣੇ ਨੇ ਇਸ ਤਰ੍ਹਾਂ, ਔਰ ਫਿਰ ਇਸ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ, ਤਾਂ ਕਿ ਜ਼ਬਰਦਸਤੀ ਤੁਸੀਂ ਦੇਖੋਗੇ ਕਿ ਬਹੁਤ ਹੀ ਜ਼ਬਰਦਸਤ ਜੀ ਗ੍ਰੇਵੀ ਤਿਆਰ ਹੋਈ ਆ ਔਰ ਬਾਜ਼ਾਰ ਵਾਲਾ ਟੇਸਟ ਆਇਆ ਆ। ਅਗਰ ਤੁਸੀਂ ਲਾਹੌਰੀ ਛੋਲੇ ਖਾਣੇ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿ ਕਿੰਨਾ ਜ਼ਬਰਦਸਤ ਉਹਨਾਂ ਦਾ ਟੇਸਟ ਆਉਂਦਾ ਹੈ, ਔਰ ਇਹ ਸੇਮ ਹੀ ਤੁਹਾਨੂੰ ਟੇਸਟ ਉਸ ਤਰ੍ਹਾਂ ਦਾ ਲੱਗੇਗਾ। ਹੁਣ ਇਹਨੂੰ ਆਪਾਂ ਥੋੜ੍ਹੀ ਦੇਰ ਲਈ ਪੱਕਣ ਲਈ ਛੋੜ ਦੇਣਾ। 1 ਚਮਚ ਗਰਮ ਮਸਾਲਾ ਇਹਦੇ ਵਿੱਚ ਪਾ ਕੇ, ਔਰ ਇਹਨੂੰ ਉੱਪਰੋਂ ਕਵਰ ਲਾ ਕੇ ਤੁਸੀਂ ਇਹਨੂੰ ਮੀਡੀਅਮ ਜੀ ਆਂਚ 'ਤੇ ਤਕਰੀਬਨ 5 ਮਿੰਟ ਲਈ ਪਕਾਉਣਾ, ਤਾਂ ਕਿ ਜਿਹੜਾ ਇਹਦਾ ਮਸਾਲਾ ਪਾਣੀ ਹੈ ਐਕਸਟਰਾ ਉਹ ਖੁਸ਼ਕ ਹੋ ਜਾਵੇ। ਸਾਨੂੰ ਸਿਰਫ ਗ੍ਰੇਵੀ ਚਾਹੀਦੀ ਆ। ਔਰ ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਕਾਲੀ ਮਿਰਚ ਦਾ 1 ਟੀਸਪੂਨ। ਅਗਰ ਤੁਸੀਂ ਚਾਹੋ ਤਾਂ ਥੋੜ੍ਹੀ ਜਿਹੀ ਜ਼ਿਆਦਾ ਕਰ ਸਕਦੇ ਹੋ। ਮੈਂ 1 ਟੀਸਪੂਨ ਜਿੰਨੀ ਕਾਲੀ ਮਿਰਚ ਇਹਦੇ ਵਿੱਚ ਪਾਈ ਆ, ਕਿਉਂਕਿ ਇਹਦੇ ਵਿੱਚ ਗ੍ਰੀਨ ਮਿਰਚਾਂ ਵੀ ਪਾਈਆਂ, ਫਿਰ ਤਾਂ ਕਿ ਜ਼ਿਆਦਾ ਮਿਰਚਾਂ ਨਾ ਹੋ ਜਾਣ, ਇਸ ਲਈ ਤੁਸੀਂ ਇਹਨੂੰ ਆਪਣੇ ਟੇਸਟ ਦੇ ਮੁਤਾਬਕ ਕਮ ਜਾਂ ਜ਼ਿਆਦਾ ਕਰ ਸਕਦੇ ਹੋ। ਹੁਣ ਇਹਨੂੰ ਇਸ ਤਰ੍ਹਾਂ ਰੱਖ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ। ਇੰਨਾ ਕੁ ਪਕਾਉਣਾ ਕਿ ਜਦੋਂ ਤੱਕ ਗ੍ਰੇਵੀ ਘੀ ਨਾ ਛੋੜ ਦੇ। ਜ਼ਬਰਦਸਤ ਜੀ ਲੁੱਕ ਲਈ ਗ੍ਰੇਵੀ ਦਾ ਘੀ ਛੋੜਨਾ ਬਹੁਤ ਲਾਜ਼ਮੀ ਹੈ। ਮਾਸ਼ਾਅੱਲਾ ਦੇਖੋ ਜੀ 10 ਮਿੰਟ ਦੇ ਬਾਅਦ ਸਾਡੇ ਛੋਲੇ ਲਾਹੌਰੀ ਛੋਲੇ ਹੋ ਗਏ ਨੇ ਤਿਆਰ। ਲਾਹੌਰੀ ਛੋਲਿਆਂ ਨੇ ਘੀ ਛੋੜਤਾ, ਦੇਖੋ ਮਾਸ਼ਾਅੱਲਾ ਫੁੱਲ ਲੋਡਡ ਗ੍ਰੇਵੀ ਦੇ ਨਾਲ, ਬੜੀ ਜ਼ਬਰਦਸਤ ਗ੍ਰੇਵੀ ਆ। ਇਹਨੂੰ ਤੁਸੀਂ ਚਾਹੇ ਤੇ ਨਾਨ ਨਾ ਖਾਓ, ਚਾਹੇ ਕੁਲਚੇ ਨਾ ਖਾਓ। ਅਗਰ ਸਵੇਰੇ ਤੁਸੀਂ ਨਾਸ਼ਤੇ 'ਚ ਇਸਤੇਮਾਲ ਕਰ ਰਹੇ ਹੋ ਤਾਂ ਇਹਨੂੰ ਪੂਰੀ ਨਾ ਖਾਓਗੇ ਤਾਂ ਬੜਾ ਹੀ ਮਜ਼ੇਦਾਰ ਲੱਗਣਗੇ। ਔਰ ਹੁਣ ਆਪਾਂ ਇਹਨੂੰ ਕਰ ਲੈਂਦੇ ਹਾਂ ਸਰਵ ਕਰਨੇ ਤੋਂ ਪਹਿਲੇ ਮੈਂ ਇਹਦੇ ਵਿੱਚ ਪਾ ਦਿੰਦੀ ਹਾਂ ਹਰੀਆਂ ਮਿਰਚਾਂ ਕੱਟ ਕੇ, ਔਰ ਲੈਮਨ ਪਾ ਦੇਣਾ। ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਅੰਡੇ ਪਾ ਸਕਦੇ ਹੋ, ਕਿਉਂਕਿ ਲਾਹੌਰੀ ਛੋਲੇ ਦੇ ਵਿੱਚ ਅੰਡੇ ਪੈਂਦੇ ਵੀ ਆ ਔਰ ਬਗੈਰ ਅੰਡਿਆਂ ਤੋਂ ਵੀ ਤਿਆਰ ਹੁੰਦੇ ਆ। ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਉਬਲੇ ਹੋਏ ਅੰਡੇ ਇਸ ਵਕਤ ਕੱਟ ਕੇ ਜਾਂ ਸਾਬਤ ਹੀ ਡਾਲ ਸਕਦੇ ਹੋ। ਮੈਂ ਇਹਦੇ ਵਿੱਚ ਲੈਮਨ ਡਾਲ ਦਿੱਤਾ, ਜੋ ਇਹਦੇ ਟੇਸਟ ਨੂੰ ਬਹੁਤ ਜ਼ਬਰਦਸਤ ਕਰੂਗਾ। ਹੁਣ ਆਪਾਂ ਜੀ ਇਹਨੂੰ ਸਰਵ ਕਰ ਲਵਾਂਗੇ। ਇੱਕ ਪਲੇਟ ਵਿੱਚ ਇਹਨੂੰ ਸਰਵ ਕਰ ਲੈਂਦੇ ਹੋ। ਉਮੀਦ ਆ ਕਿ ਤੁਹਾਨੂੰ ਅੱਜ ਦੀ ਰੈਸਪੀ ਮੇਰੀ ਚੰਗੀ ਲੱਗੂਗੀ। ਅਗਰ ਮੇਰੀ ਰੈਸਪੀ ਅੱਛੀ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਆਪਣੇ ਪੂਰੇ ਜਿਹੇ ਕਮੈਂਟ 'ਚ ਵੀ ਦੱਸਿਓ ਕਿ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ। ਆਇਆ ਤੁਸੀਂ ਲਾਹੌਰੀ ਛੋਲੇ ਬਣਾਇਆ ਅਤੇ ਤੁਹਾਡੇ ਕਿਸ ਤਰ੍ਹਾਂ ਦੇ ਛੋਲੇ ਬਣੇ ਆ ਜੀ। ਅਤੇ ਇਹਦੀ ਫਾਈਨਲ ਲੁੱਕ ਨੂੰ ਮਿਸ ਮਤ ਕਰਿਓ। ਫਾਈਨਲ ਲੁੱਕ ਇਹਦੀ ਦੇਖ ਕੇ ਜਾਇਓ। ਮਾਸ਼ਾਅੱਲਾ ਬਹੁਤ ਹੀ ਟੇਸਟੀ ਲੱਗਦੇ ਨੇ, ਬਹੁਤ ਹੀ ਮਜ਼ੇਦਾਰ ਬਣਦੇ ਨੇ। ਔਰ ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ, ਰੱਬ ਸੋਨੇ ਦੇ ਹਵਾਲੇ।